ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 82ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰ ਮਹੱਲਾ ਪੰਜਵਾਂ। ਪ੍ਰਾਣੀ ਜਾਣੇ ਤਨ ਮੇਰਾ, ਬੌਰ ਬੌਰ ਉਹਾਉ ਲਪਟੇਰਾ। ਪੁੱਤਰ ਕਲਤਰ ਗ੍ਰਸਤ ਕਾ ਫਾਸਾ, ਹੋਏ ਨ ਪਾਈਏ ਰਾਮ ਕੇ ਦਾਸਾ। ਕਉ ਸੋ ਬਿਰਚਿਤ ਰਾਮ ਗੁਣ ਗਾਏ, ਕਉ ਸੋ ਮਤ ਜਿਤ ਤਰੇ ਏ ਮਾਏ ਰਹਾਉ। ਜੋ ਭੁਲਾਏ ਸੋ ਬੁਰਾ ਜਾਣੇ, ਸਾਚ ਗਏ ਸੋ ਬਿਖੇ ਸਮਾਨੇ। ਜਾਣੇ ਨਾਹੀਂ ਜੀਤ ਅਰ ਹਾਰ, ਏਵ ਲੇਵਾ ਸਾਕਤ ਸੰਸਾਰ। ਜੋ ਹਲਾਹਲ ਸੋ ਪੀਵੇ ਬੌਰਾ, ਅੰਮ੍ਰਿਤ ਨਾਮ ਜਾਨੇ ਕਰਮ ਕੌਰਾ। ਸਾਧ ਸੰਗ ਕੇ ਨਾਹੀਂ ਨੇਰ, ਲੱਖ 84 ਭਰਮਤਾ ਫੇਰ। ਏਕੇ ਜਾਲ ਫਹਾਏ ਪੰਖੀ, ਰਸ ਰਸ ਭੋਗ ਕਰੇ ਬੌਰੰਗੀ। ਕਉ ਨਾਨਕ ਜਿਸ ਪੈ ਕਿਰਪਾਲ, ਗੁਰ ਪੂਰੇ ਤਾਕੇ ਕਾਟੇ ਜਾਲ। ਏਕੇ ਜਾਲ ਫਹਾਏ ਪੰਖੀ, ਰਸ ਰਸ ਭੋਗ ਕਰੇ ਬੌਰੰਗੀ। ਕਉ ਨਾਨਕ ਜਿਸ ਪੈ ਕਿਰਪਾਲ, ਗੁਰ ਪੂਰੇ ਤਾਕੇ ਕਾਟੇ ਜਾਲ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਮਨੁੱਖ ਇਹ ਜਾਣਦਾ ਹੈ, ਸਮਝਦਾ ਹੈ ਕਿ ਇਹ ਸਰੀਰ ਮੇਰਾ ਹੈ। ਇਸ ਕਾਰਨ ਮੁੜ ਮੁੜ ਕੇ ਉਸ ਸਰੀਰ ਨੂੰ ਪਿਆਰ ਕਰਦਾ ਹੈ। ਪਰ ਇਹ ਸਰੀਰ ਤਾਂ ਇੱਕ ਮਿੱਟੀ ਦੀ ਢੇਰੀ ਹੈ। ਜੋ ਤ੍ਰਿਸ਼ਨਾ, ਜੋ ਇਸ ਦੇ ਅੰਦਰ ਤ੍ਰਿਸ਼ਨਾ ਹੈ, ਇੱਛਾ ਹੈ, ਉਹ ਮੁੜ ਮੁੜ ਕੇ ਕਿਸੇ ਸਰੀਰ ਨੂੰ ਤਾਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪੁੱਤਰ, ਇਸਤਰੀ ਅਤੇ ਗ੍ਰਹਿਸਥ ਦੀ ਫਾਹੀ ਵਿੱਚ ਫਸਿਆ ਹੋਣ ਕਰਕੇ ਇਹ ਗੁਰਸ਼ਬਦ ਗੁਰਬਾਣੀ ਰਾਮ ਦਾ ਦਾਸ ਨਹੀਂ ਹੋ ਪਾਉਂਦਾ ਜੀ। ਭਾਵ ਗੁਰਸ਼ਬਦ ਗੁਰਬਾਣੀ ਰਾਮ ਪਰਾਇਣ ਨਹੀਂ ਹੁੰਦਾ ਜੀ। ਮੋਹ ਮਾਇਆ ਵਿੱਚ ਹੀ ਫਸਿਆ ਰਹਿੰਦਾ ਹੈ ਜੀ। ਇੱਛਾਵਾਂ ਅਤੇ ਤ੍ਰਿਸ਼ਨਾਵਾਂ ਵਿੱਚ ਹੀ ਫਸਿਆ ਰਹਿੰਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਉਹਨੂੰ ਕਿਹੜੀ ਵਿਧੀ ਹੋਵੇ ਜਿਸ ਕਰਕੇ ਜੀਵ ਗੁਰਸ਼ਬਦ ਗੁਰਬਾਣੀ ਰਾਮ ਦੇ ਗੁਣ ਗਾਵੇ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਕਿਹੜੀ ਮੱਤ ਸਿੱਖਿਆ ਹੋਵੇ ਜਿਸ ਕਰਕੇ ਜੀਵ ਇਸ ਮਾਇਆ ਦੀ ਖਾਈ ਤੋਂ ਤਰ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੇ ਤਾਂ ਇਹ ਚੀਜ਼ਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਦੀ ਅਕਲ ਵੇਖੋ, ਜਿਹੜੀ ਇਸਦੀ ਭਲੇ ਵਾਲੀ ਗੱਲ ਹੈ ਉਸਨੂੰ ਇਹ ਬੁਰਾ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਹੜਾ ਇਸ ਨੂੰ ਸੱਚ ਆਖਦਾ ਹੈ ਉਹ ਇਸ ਨੂੰ ਜ਼ਹਿਰ ਬਹੁਤ ਕੌੜਾ ਲੱਗਦਾ ਹੈ ਜੀ। ਸੱਚੀਆਂ ਗੱਲਾਂ ਜ਼ਹਿਰ ਦੇ ਬਰਾਬਰ ਲੱਗਦੀਆਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਜਾਣਦਾ ਹੀ ਨਹੀਂ ਕਿ ਇਸ ਦੀ ਜਿੱਤ ਕਿੱਥੇ ਹੈ ਜੀ ਅਤੇ ਇਸ ਦੀ ਕਿੱਥੇ ਹਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸਾਖਤ ਜੀਵ ਦਾ ਸੰਸਾਰ ਵਿੱਚ ਇਹੋ ਜਿਹਾ ਹੀ ਵਰਤੋਂ ਵਿਹਾਰ ਸਾਰੀ ਹਯਾਤੀ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਜ਼ਹਿਰ ਹੈ ਉਸਨੂੰ ਇਹ ਬੌਰਾ ਹੋਇਆ ਸਾਖਤ ਜੀ ਪੁਰਸ਼ ਅੰਮ੍ਰਿਤ ਰਸ ਜਾਣ ਕੇ ਪੀਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜੋ ਗੁਰਸ਼ਬਦ ਗੁਰਬਾਣੀ ਨਾਮ ਅੰਮ੍ਰਿਤ ਰੂਪ ਨਾਮ ਹੈ ਜੀ, ਉਸ ਨੂੰ ਇਹ ਕੌੜਾ ਕਰਕੇ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਗੁਰਸ਼ਬਦ ਗੁਰਬਾਣੀ ਨਾਮ ਅੰਮ੍ਰਿਤ ਨਾਮ ਨਹੀਂ ਪੀਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਗੁਰਸ਼ਬਦ ਗੁਰਬਾਣੀ ਸਾਧ ਸੰਗਤ ਦੇ ਨੇੜੇ ਵੀ ਨਹੀਂ ਲੱਗਦਾ ਜੀ। ਜਿਸ ਕਰਕੇ 84 ਲੱਖ ਜੂਨਾਂ ਦੇ ਚੱਕਰ ਵਿੱਚੋਂ ਇਹ
ਭਟਕਦਾ, ਬਾਹਰ ਨਹੀਂ ਨਿਕਲਦਾ ਜੀ, ਭਟਕਦਾ ਹੀ ਰਹਿੰਦਾ ਹੈ ਜੀ। ਭਾਵ ਇਸ ਦੀਆਂ ਤ੍ਰਿਸ਼ਨਾਵਾਂ ਅਤੇ ਇੱਛਾਵਾਂ ਬਾਰ ਇਸ ਨੂੰ ਜਨਮ ਅੱਗੇ ਫੇਰ ਦਿਵਾਉਂਦੀਆਂ ਹਨ ਜੀ। ਭਾਵ ਆਪਣੀ ਆਵਾਗਮਨ ਖਾਸ਼ਾਂ ਕਰਕੇ, ਤ੍ਰਿਸ਼ਨਾਵਾਂ ਕਰਕੇ ਉਸੇ ਗੇੜ ਵਿੱਚ ਹੀ ਪਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸਲੀਅਤ ਇਹ ਹੈ ਕਿ ਮਾਇਆ ਨੇ ਇਸ ਇੱਕ ਜਾਲ ਵਿੱਚ ਜੀਵ ਰੂਪੀ ਸਾਰੇ ਪੰਛੀ ਫਸਾਏ ਹੋਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਬਹੁ ਰੰਗੀ ਮਾਇਆ ਵਿੱਚ ਰਸ ਕੇ ਪਦਾਰਥਾਂ ਦੇ ਭੋਗੀ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੂੰ ਆਖ ਕਿ ਜਿਸ ਉੱਤੇ ਪਰਮੇਸ਼ਰ ਕਿਰਪਾਲ ਹੋ ਗਏ ਹਨ ਜੀ, ਪੂਰੇ ਗੁਰੂ ਨੇ ਉਸ ਨੂੰ ਗੁਰਸ਼ਬਦ ਗੁਰਬਾਣੀ ਦੇ ਅੰਮ੍ਰਿਤ ਨਾਮ ਦੇ ਨਾਲ ਸਾਰੇ ਬੰਧਨ ਕੱਟ ਦਿੱਤੇ ਹਨ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਹਨ, ਕਮ ਸੁਮਿਤ ਜਿਤ ਤਰੇ ਏ ਮਾਏ। ਗੁਰੂ ਜੀ ਦੱਸਦੇ ਹਨ ਕਿ ਜੀਵ ਨੂੰ ਕਿਹੜੀ ਮੱਤ, ਕਿਹੜੀ ਚੀਜ਼, ਸਿੱਖਿਆ ਇਸ ਨੂੰ ਦਿੱਤੀ ਜਾਵੇ ਕਿ ਜਿਸ ਕਰਕੇ ਇਸ ਨੂੰ ਆਪਣੇ ਹਰਮੂਲ ਦੀ ਪਹਿਚਾਣ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਉੱਤੇ ਮਾਇਆ ਦਾ ਪ੍ਰਭਾਵ ਇਤਨਾ ਭਾਰਾ ਹੈ ਕਿ ਇਸ ਨੂੰ ਆਪਣੇ ਆਪ ਦੀ ਤ੍ਰਿਸ਼ਨਾ ਛਾਵਾਂ ਦੇ ਵਿੱਚ ਫਸਿਆ ਹੋਇਆ ਹੈ, ਆਪਣੇ ਆਪ ਦੀ ਸੂਝੀ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਸਰੀਰ ਨੂੰ ਆਪਣਾ ਸੰਗੀ ਸਮਝ ਰਿਹਾ ਹੈ ਜੀ। ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅੰਮ੍ਰਿਤ ਬਚਨ ਹਨ ਜੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ 726 ਦੀ ਇਹ ਪੰਕਤੀ ਪੜ੍ਹੀਏ ਜੀ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਵਾ। ਗੁਰੂ ਜੀ ਕਹਿੰਦੇ ਨੇ, ਇਸ ਨੂੰ ਚੇਤੇ ਹੀ ਨਹੀਂ ਰਿਹਾ ਕਿ ਨਾਲ ਕੀ ਜਾਣਾ ਹੈ ਅਤੇ ਇੱਥੇ ਕੀ ਰਹਿਣਾ ਹੈ। ਇਹ ਸਿਰਫ ਪੁੱਤਰਾਂ ਧੀਆਂ ਦੇ ਮੋਹ ਵਿੱਚ ਫਸਿਆ ਹੋਇਆ ਪਰਮੇਸ਼ਰ ਦਾ ਸੇਵਕ ਨਹੀਂ ਬਣ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਸਾਕਤ ਬਣ ਕੇ ਹੀ ਖੁਸ਼ ਰਹਿੰਦਾ ਹੈ ਜੀ, ਉਸ ਚੀਜ਼ ਨੂੰ ਹੀ ਆਪਣੀ ਖੁਸ਼ੀ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਫਿਰ ਚੰਗੇ ਨੂੰ ਮਾੜਾ ਅਤੇ ਮਾੜੇ ਨੂੰ ਚੰਗਾ, ਅੰਮ੍ਰਿਤ ਨੂੰ ਜ਼ਹਿਰ, ਜ਼ਹਿਰ ਨੂੰ ਅੰਮ੍ਰਿਤ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹਾ ਮਨੁੱਖ ਜਿਸ ਦੀ ਸੋਚਣ ਸ਼ਕਤੀ ਹੀ ਪੁੱਠੀ ਹੋਵੇ, ਉਸ ਦਾ ਛੇਤੀ ਕਦੀ ਕੋਈ ਇਲਾਜ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਾਂ, ਜੇ ਪਰਮੇਸ਼ਰ ਆਪਣੀ ਕਿਰਪਾ ਕਰਕੇ ਉਸ ਜੀਵ ਨੂੰ ਗੁਰਸ਼ਬਦ ਗੁਰਬਾਣੀ ਅੰਮ੍ਰਿਤ ਨਾਮ ਨਾਲ ਮਿਲਾ ਦੇਵੇ, ਲਗਾ ਦੇਵੇ, ਤਾਂ ਇਸ ਨੂੰ ਆਪਣੇ ਹਰਮੂਲ ਦੀ ਪਹਿਚਾਣ ਹੁੰਦੀ ਹੈ ਜੀ। ਅਤੇ ਇਹ ਆਪਣੇ ਵਿਕਾਰਾਂ, ਤ੍ਰਿਸ਼ਨਾਵਾਂ ਅਤੇ ਇੱਛਾਵਾਂ 'ਤੇ ਕਾਬੂ ਪਾ ਸਕਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।